ਹੋਰ ਵੀ ਡਰਾਉਣਾ ਬਣਾ ਰਹੀ ਸੀ। ਪਰ ਸੰਦੀਪ ਤਾਂ ਕਿਤੇ ਹੋਰ ਹੀ ਸੋਚਾਂ ਦੇ ਤਾਣੇ ਬਾਣੇ ਵਿੱਚ ਉਲਝੀ ਹੋਈ ਸੀ। ਉਹ ਸੋਚ ਰਹੀ ਸੀ ਕਿ ਦਿਨ ਚੜ੍ਹਦਾ ਹੈ, ਛਿਪ ਜਾਂਦਾ ਹੈ, ਵਕਤ ਕਿਸੇ ਦੀ ਉਡੀਕ ਨਹੀਂ ਕਰਦਾ, ਆਪਣੀ ਚਾਲੇ ਚੱਲਦਾ ਹੀ ਰਹਿੰਦਾ ਹੈ। ਪਰ ਮੇਰੇ ਜ਼ਿਹਨ ਵਿੱਚ ਕਿਤੇ ਨਾ ਕਿਤੇ ਸਮੇਂ ਦੀਆਂ ਘੜੀਆਂ ਜਿਵੇਂ ਇੱਕ ਜਗ੍ਹਾ ਤੇ ਆ ਕੇ ਰੁਕ ਗਈਆਂ ਨੇ। ਚਾਹ ਕੇ ਵੀ ਮੇਰੇ ਤੋਂ ਉਹ ਮੰਜ਼ਰ ਭੁਲਾਇਆ ਨਹੀਂ ਜਾਂਦਾ। ਉਹ ਸਮਾਂ ਪਤਾ ਨਹੀਂ ਮੈਂ ਕਿਵੇਂ ਆਪਣੇ ਤੇ ਜਰ ਗਈ। ਇੰਜ ਲੱਗਦਾ ਹੈ ਸਮੇਂ ਦੀਆਂ ਸੂਈਆਂ ਵੀ ਟਿਕ ਟਿਕ ਮੇਰੇ ਜ਼ਿਹਨ ਵਿੱਚ ਜਿਵੇਂ ਕੋਈ ਵਿਸਫੋਟ ਕਰ ਰਹੀਆਂ ਹੋਣ। ਮੇਰਾ ਸਿਰ ਚਕਰਾਉਣ ਲੱਗ ਜਾਂਦਾ ਹੈ। ਲੱਗਦਾ ਹੈ ਜਿਵੇਂ ਮੇਰੇ ਦਿਮਾਗ ਦੀਆਂ ਨਸਾਂ ਫਟ ਜਾਣਗੀਆਂ। ਪਤਾ ਨਹੀਂ ਕਿਹੋ ਜਿਹੀ ਸਜ਼ਾ ਹੈ ਜੋ ਮੈਨੂੰ ਮਿਲੀ ਹੈ, ਜੋ ਪੂਰੀ ਹੀ ਨਹੀਂ ਹੋ ਰਹੀ। ਮੈਂ ਸਭ ਕੁਝ ਭੁੱਲ ਕਿਉਂ ਨਹੀਂ ਜਾਂਦੀ? ਕਿਉਂ ਵਾਰ-ਵਾਰ ਮੇਰੇ ਅਤੀਤ ਦੇ ਸਾਏ ਪਰਛਾਵੇਂ ਬਣ ਮੇਰਾ ਪਿੱਛਾ ਕਰਦੇ ਨੇ? ਰਾਤਾਂ ਨੂੰ ਸੁਪਨਿਆਂ ਵਿੱਚ ਆ ਕੇ ਮੈਨੂੰ ਡਰਾਉਂਦੇ ਨੇ ਕਿ ਮੈਂ ਵੀ ਕਦੇ ਇੱਕ ਨਾਰਮਲ ਜ਼ਿੰਦਗੀ ਜੀ ਪਾਵਾਂਗੀ। ਕਿ ਮੈਂ ਇਸੇ ਉਧੇੜ-ਬੁਣ ਵਿੱਚ ਉਲਝੀ ਦੇ ਉਸਦੇ ਕਦਮ ਆਪਣੇ ਕਮਰੇ ਵੱਲ ਵੱਧ ਗਏ। ਪ੍ਰਤੀਕ ਦੀ ਆਵਾਜ਼ ਸੁਣ ਕੇ ਉਹ ਕਮਰੇ ਦੇ ਬੂਹੇ ਅੱਗੇ ਹੀ ਰੁਕ ਗਈ। ਉਸਦਾ ਪਤੀ ਪ੍ਰਤੀਕ ਆਪਣੀ 10 ਸਾਲਾਂ ਦੀ ਧੀ ਮੰਨਤ ਨਾਲ ਗੱਲਾਂ ਕਰ ਰਿਹਾ ਸੀ। ਉਹ ਚੁੱਪਚਾਪ ਖੜ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਪ੍ਰਤੀਕ ਮੰਨਤ ਨੂੰ ਕਹਿ ਰਿਹਾ ਸੀ ਕਿ ਮੇਰਾ ਬੱਚਾ ਵੱਡਾ ਹੋ ਕੇ IPS ਅਫੀਸਰ ਬਣੇਗਾ। ਪਰ ਪਾਪਾ IPS ਅਫੀਸਰ ਹੀ ਕਿਉਂ? IPS ਅਫੀਸਰ ਇਸ ਲਈ ਬੱਚੇ ਕਿ ਆਪਣੇ ਸਮਾਜ ਵਿੱਚ ਬਹੁਤ ਗੰਦਗੀ ਫੈਲੀ ਹੋਈ ਹੈ ਤੇ ਉਸ ਗੰਦਗੀ ਨੂੰ ਸਾਫ਼ ਕਰਨ ਲਈ ਤੇਰੇ ਵਰਗੀਆਂ ਧੀਆਂ ਦੀ ਲੋੜ ਹੈ, ਜੋ ਲੋਕਾਂ ਦੇ ਜ਼ਿਹਨ ਵਿੱਚ ਪਈ ਗੰਦਗੀ ਨੂੰ ਵੀ ਸਾਫ਼ ਕਰ ਸਕਣ। ਤੇ ਮੇਰਾ ਯਕੀਨ ਹੈ ਕਿ ਮੇਰਾ ਬੱਚਾ ਇਹ ਕੰਮ ਜ਼ਰੂਰ ਕਰ ਸਕੇਗਾ। ਕਰੇਗਾ ਨਾ ਮੇਰੇ ਬੱਚੇ? ਹਾਂ ਪਾਪਾ, ਜੇ ਇਹ ਤੁਹਾਡਾ ਸੁਪਨਾ ਹੈ ਤਾਂ ਮੈਂ ਤੁਹਾਡਾ ਸੁਪਨਾ ਜ਼ਰੂਰ ਪੂਰਾ ਕਰਾਂਗੀ। ਚੱਲ ਹੁਣ ਸੌਂ ਜਾ, ਸਵੇਰੇ ਸਕੂਲ ਵੀ ਤਾਂ ਜਾਣਾ ਹੈ। ਸੰਦੀਪ ਓਨੀ ਪੈਰੀ ਪਿੱਛੇ ਮੁੜ ਗਈ। ਉਸਦੀਆਂ ਅੱਖਾਂ ਵਿੱਚ ਹੰਝੂਆਂ ਦੀ ਬਰਸਾਤ ਉਮੜ ਆਈ ਸੀ। ਇੰਜ ਲੱਗਦਾ ਸੀ ਜਿਵੇਂ ਉਸਨੂੰ ਕਿਸੇ ਗੱਲ ਦਾ ਬਹੁਤ ਪਛਤਾਵਾ ਸੀ ਤੇ ਉਸਨੂੰ ਆਤਮ ਗਲਾਨੀ ਦਾ ਅਹਿਸਾਸ ਹੋ ਰਿਹਾ ਸੀ। ਇੰਨੇ ਨੂੰ ਪ੍ਰਤੀਕ ਉਸਦੇ ਪਿੱਛੇ ਆ ਕੇ ਖੜਾ ਹੋ ਗਿਆ। ਉਸਦੇ ਚਿਹਰੇ ਤੇ ਘਬਰਾਹਟ ਤੇ ਹੈਰਾਨੀ ਦੇ ਮਿਲੇ ਜੁਲੇ ਭਾਵ ਸਨ। ਉਹ ਸਵਾਲ ਕਰ ਰਿਹਾ ਸੀ ਕਿ ਕੀ ਹੋ ਗਿਆ, ਤੂੰ ਰੋ ਕਿਉਂ ਰਹੀ ਹੈ? ਸੰਦੀਪ, ਕੀ ਗੱਲ ਹੋ ਗਈ? ਮੈਨੂੰ ਮਾਫ ਕਰ ਦਿਓ ਪ੍ਰਤੀਕ, ਮੈਨੂੰ ਮਾਫ ਕਰ ਦਿਓ। ਪਰ ਕਿਸ ਲਈ? ਪਤਾ ਪ੍ਰਤੀਕ, ਤੁਸੀਂ ਮੇਰੀ ਸਾਰੀ ਜ਼ਿੰਦਗੀ ਦੀ ਅਰਚਨਾ ਦਾ ਪ੍ਰਾਪਤ ਹੋਇਆ ਉਹ ਮਿੱਠਾ ਫਲ ਹੋ, ਜਿਸ ਦੀ ਮਿਠਾਸ ਸਾਰੀ ਜ਼ਿੰਦਗੀ ਘੱਟ ਨਹੀਂ ਹੋਣੀ। ਮੈਨੂੰ ਮਾਫ ਕਰ ਦਿਓ ਪਲੀਜ਼। ਸੰਦੀਪ ਨਜ਼ਰਾਂ ਝੁਕਾਈ, ਹੱਥ ਜੋੜ ਕੇ ਪ੍ਰਤੀਕ ਤੇ ਅੱਗੇ ਖੜੀ ਖਿਮਾ ਜਾਚਨਾ ਕਰ ਰਹੀ ਸੀ। ਉਸਦੇ ਨੈਣਾਂ ਵਿੱਚੋਂ ਛਲਕਦੇ ਹੰਝੂ ਉਸਦੇ ਦਿਲ ਦੀ ਸਾਰੀ ਹਾਲਤ ਬਿਆਨ ਕਰ ਰਹੇ ਸਨ। ਸੰਦੀਪ, ਮੈਨੂੰ ਲੱਗਦਾ ਹੈ ਅੱਜ ਮੇਰੀ ਸਜ਼ਾ ਪੂਰੀ ਹੋ ਗਈ। ਮੈਂ ਤਾਂ ਉਸ ਗੁਨਾਹ ਦੀ ਉਮਰ ਕੈਦ ਭੁਗਤ ਰਿਹਾ ਸੀ ਜੋ ਗੁਨਾਹ ਮੈਂ ਕਦੀ ਕੀਤਾ ਹੀ ਨਹੀਂ ਸੀ। ਮੈਨੂੰ ਖੁਸ਼ੀ ਹੈ ਕਿ ਮੇਰੀ ਸਜ਼ਾ 10 ਸਾਲਾਂ ਵਿੱਚ ਹੀ ਪੂਰੀ ਹੋ ਗਈ। ਪ੍ਰਤੀਕ ਉਸਦੇ ਦਿਲ ਦੀ ਹਾਲਤ ਸਮਝ ਗਿਆ ਸੀ। ਹਾਂ ਪ੍ਰਤੀਕ, ਮੈਂ ਜਾਣੇ ਅਣਜਾਣੇ ਤੁਹਾਨੂੰ ਉਸ ਗੁਨਾਹ ਦੀ ਸਜ਼ਾ ਦਿੰਦੀ ਰਹੀ ਜੋ ਗੁਨਾਹ ਤੁਸੀਂ ਕੀਤਾ ਹੀ ਨਹੀਂ। ਮੈਂ ਰਿਸ਼ਤਿਆਂ ਦੀ ਉਧੇੜ-ਬੁਣ ਵਿੱਚ ਉਲਝੀ ਆਪਣਿਆਂ ਤੇ ਪਰਾਇਆਂ ਵਿੱਚ ਹੀ ਫਰਕ ਨਹੀਂ ਕਰ ਸਕੀ। ਮੈਂ ਅਤੀਤ ਵਿੱਚ ਹੀ ਜਿਉਂਦੀ ਰਹੀ। ਮੈਂ ਜਾਣਦਾ ਹਾਂ ਸੰਦੀਪ ਕਿ ਅਤੀਤ ਵਿੱਚ ਤੇਰੇ ਆਪਣਿਆਂ ਨੇ ਤੈਨੂੰ ਇੰਨੇ ਜ਼ਖਮ ਦਿੱਤੇ ਹਨ ਕਿ ਤੇਰੀ ਰੂਹ ਤੱਕ ਜ਼ਖਮੀ ਹੋ ਗਈ ਤੇ ਰੂਹ ਦੇ ਜ਼ਖਮ ਭਰਨ ਤੇ ਬਹੁਤ ਸਮਾਂ ਲੱਗਦਾ ਤੇ ਕਦੇ-ਕਦੇ ਤਾਂ ਸਾਰੀ ਜ਼ਿੰਦਗੀ ਵੀ ਲੰਘ ਜਾਂਦੀ ਹੈ, ਪਰ ਜ਼ਖਮ ਨਹੀਂ ਭਰਦੇ। ਮੈਂ ਇੱਕ ਖੰਡਿਤ ਮੂਰਤੀ ਦੀ ਤਰ੍ਹਾਂ ਤੁਹਾਡੇ ਕੋਲ ਆਈ ਸੀ, ਪਰ ਤੁਸੀਂ ਇੱਕ ਚੰਗੇ ਕਲਾਕਾਰ ਦੀ ਤਰ੍ਹਾਂ ਉਸ ਖੰਡਿਤ ਮੂਰਤੀ ਨੂੰ ਆਪਣੀਆਂ ਭਾਵਨਾਵਾਂ ਤੇ ਮੋਹ ਮੁਹੱਬਤ ਦੀ ਛੋਹ ਨਾਲ ਇੰਨਾ ਸਵਾਰਿਆ ਕਿ ਰੂਹ ਦੇ ਜ਼ਖਮਾਂ ਦੀਆਂ ਦਰਾਰਾਂ ਤੱਕ ਮਿਟਾ ਦਿੱਤੀਆਂ। ਹੁਣ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਮੂਰਤੀ ਕਦੀ ਖੰਡਿਤ ਵੀ ਸੀ। ਤੁਸੀਂ ਮੇਰੀ ਰੂਹ ਦੇ ਜ਼ਖਮਾਂ ਤੇ ਮਰਹਮ ਬਣ ਕੇ ਲੱਗੇ ਹੋ, ਪਰ ਮੈਂ ਹੀ ਤੁਹਾਡੀ ਕੋਈ ਕਦਰ ਨਹੀਂ ਕਰ ਸਕੀ। ਮੈਂ ਜਾਣਦਾ ਸੰਦੀਪ, ਤੇਰਾ ਮੈਨੂੰ ਤੇ ਮੰਨਤ ਨੂੰ ਲੁਕ-ਲੁਕ ਕੇ ਦੇਖਣਾ ਮੈਨੂੰ ਬਹੁਤ ਆਹਤ ਕਰਦਾ ਸੀ। ਪਰ ਮੈਨੂੰ ਇਸ ਦਾ ਅਹਿਸਾਸ ਸੀ ਕਿ ਜਿਨ੍ਹਾਂ ਦਰਦਾਂ ਵਿੱਚੋਂ ਤੂੰ ਗੁਜ਼ਰੀ ਹੈ, ਜਿਨ੍ਹਾਂ ਪੀੜਾਂ ਨੂੰ ਤੂੰ ਆਪਣੇ ਪਿੰਡੇ ਤੇ ਹੰਢਾਇਆ ਹੈ, ਅਜਿਹੀ ਸਥਿਤੀ ਵਿੱਚ ਤਾਂ ਕੋਈ ਵੀ ਟੁੱਟ ਕੇ ਬਿਖਰ ਜਾਵੇ। ਪਰ ਤੂੰ ਬਹੁਤ ਸਟਰੋਂਗ ਹੈ ਦੀਪ, ਤੂੰ ਬਿਖਰੀ ਨਹੀਂ ਬਲਕਿ ਬਦਲਦੇ ਹਾਲਾਤਾਂ ਦੇ ਅੱਗੇ ਇੱਕ ਚਟਾਨ ਵਾਂਗ ਅਡੋਲ ਖੜੀ ਰਹੀ। ਤੁਸੀਂ ਹੀ ਮੈਨੂੰ ਬਿਖਰਨ ਨਹੀਂ ਦਿੱਤਾ, ਨਹੀਂ ਤਾਂ ਮੈਂ ਤਾਂ ਤੀਲਿਆਂ ਦੇ ਆਲ੍ਹਣੇ ਦੀ ਤਰ੍ਹਾਂ ਜ਼ਿੰਦਗੀ ਦੀਆਂ ਹਨੇਰੀਆਂ ਵਿੱਚ ਬਿਖਰ ਕੇ ਤੀਲਾ ਹੋ ਜਾਣਾ ਸੀ। ਤੁਸੀਂ ਹੀ ਮੈਨੂੰ ਸਮੇਟਿਆ, ਇਕੱਠਾ ਕੀਤਾ ਤੇ ਮੁੜ ਤੋਂ ਨਵੀਂ ਮੂਰਤੀ ਬਣਾਈ, ਉਸ ਵਿੱਚ ਜਾਨ ਪਾਈ। ਮੈਂ ਤਾਂ ਇੱਕ ਜਿੰਦਾ ਲਾਸ਼ ਬਣ ਗਈ ਸੀ। ਇਸ ਵਿੱਚ ਜ਼ਿੰਦਗੀ ਦੀ ਰੂਹ ਫੂਕਣ ਵਾਲੇ ਤੁਸੀਂ ਹੀ ਹੋ ਤੇ ਮੈਂ ਤੁਹਾਡੀ ਹੀ ਕਦਰ ਨਹੀਂ ਕੀਤੀ।
नहीं संदीप, अजिहा नहीं प्रतीक, मैनू अज बोल लैन दो। अज बड़ी मुश्किल नाल हिम्मत जुटाई है। अज मैं जिंदगी के इस सच का सामना करने का हौसला किया है। संदीप अज अपने दिल की हर गंढ प्रतीक के नाल खुलना चाहती सी। पता मैं हमेशा तुहाडे प्यार ते शक किया। मैं तुहानू भी उन्हां सारे मर्दां विचों एक समझती रही जो औरत नूं सिर्फ एक जिस्म समझते हैं, जिन्होंने औरत विचों मां भैन धी पत्नी के रिश्ते नज़र नहीं आते। दिसदा है तो बस एक जिस्म। जिस्मां की खेड़ विचों सारे रिश्ते नाते भुल जाते हैं। मैं यही देखती रही कि तुहानू मन्नत विच अपनी धी नज़र आती है या सिर्फ एक जिस्म दिसदा है। संदीप मैं प्लीज़ मैनू कह लैन दो। अज जो दर्द मेरे जहन विच बर्फ बन के जम गया सी, अज वो पिघल रहा है। प्लीज़ उसनूं पिघल लैन दो। मैं सोचती सी कि तुहानू भी मेरे पापा वांग मन्नत विच एक मिट्टी की गुड़िया तो नहीं नज़र आउंदी। मैं लुक लुक के तुहानू वेखदी रहिंदी। असल विच मैं कभी भी रिश्तियां ते विश्वास ही नहीं कर सकी। दरअसल मैं समुची मर्द जाति नूं इक्को तकड़ी विच तोलण लग पई सी। बीएड विच साडे साइकोलॉजी वाले सिमरन मैडम कहंदे हुंदे सी कि कदी कदी असीं चीज़ां नूं जनरलाइज करन लग जांदे हां। जे जिंदगी विच एक माड़ा अनुभव होया होवे तां असीं सारिआं नूं ही उसे नाल जोड़ के देखण लग जांदे हां। जे एक रिश्ते ने जिंदगी विच धोखा दिता तां असीं हर रिश्ते नूं ही उसे नज़रिए नाल देखण लग जांदे हां। मन विच इह धारणा बना लैंदे हां कि हर रिश्ता सानूं धोखा ही देवेगा। मैं भी अपने आस पास एक अजिहा ही खोल बना लिया सी ते उस खोल चों बाहर भी कोई दुनिया हुंदी है, ये मैं भुल ही बैठी सी। मैनूं लगदा सी कि मर्द नाल जुड़िया हर रिश्ता ही धोखे ते फरेब ते ही खत्म हुंदा है, फिर वो भावें प्यो होवे ते भावें पति। मैं हर रिश्ते नूं इक्को ही नज़रिए नाल वेखना शुरू कर दिता सी। कदे कदे मैनूं लगदा कि मैं रिश्तिਆਂ ਦੇ सच तो डरन लग गई सी। रिश्तिਆਂ ਦੇ प्रति मेरे मन में एक फोबिया बन गया सी। मैं एक डर ते सहम के साए हेठ जिउ रही सी। इसे डर के साए हेठ मैं अपनी जिंदगी के बहुत खूबसूरत पल गवा दिते जो हुण कभी वापस नहीं आ सकते। संदीप पछतावे की अग में झुलस रही सी ते उसने रो रो के अपना बुरा हाल कर लिया सी। प्रतीक उसनूं संभालण की कोशिश कर रहा सी ते बार बार उसनूं समझाउण की कोशिश कर रहा सी कि जो होया उस विच तेरा कोई कसूर नहीं सी। तेरी थां ते कोई होर भी हुंदा तां ओह भी यही करदा। जे मैं हुंदा तां शायद मेरा भी रिएक्शन यही होना सी। संदीप जो बीत गया है उसनूं बुरा ख्वाब समझ के भुल जा। पर संदीप तां जिवें आत्म गलानी दे नाल मरदी जा रही सी ते अपने आप नूं लाहनतां पा रही सी। प्रतीक सच दसां तां अज जिथे मैनूं रिश्तिਆਂ ते विश्वास करन दी वजह मिली, उत्थे मैनूं इह खुशी भी होई कि तुसीं उन्हां मर्दां विचों नहीं हो जो औरत नूं सिर्फ एक जिस्म समझदे ने। उत्थे मैनूं अपनी धी नाल थोड़ी जलन भी होई कि मेरे पापा उसके पापा जिहे क्यों नहीं। तुसीं जिस तरह मन्नत दे भविख नूं लैके सुनहरे सुपने बुन रहे सी, मेरे पापा ने तो कभी इस तरह मैनूं सुपने वेखना ही नहीं सिखाया सी। मैनूं तो हर पिता के अंदर छुप के बैठा एक खौफनाक दरिंदा ही नज़र आउंदा सी। जब मैनूं रिश्तिਆਂ के अर्थ तक नहीं पता सी, उदों तो ही मेरी जिंदगी विच रिश्तिਆਂ के मायने बदल गए सी। मैं खाली कैनवस वांग सी, पर वक्त ने मेरे ते इन्ने डरावने चित्र उलीके कि अज भी जदों अतीत के घिनौने चित्र मेरियां अखां अगे उभरदे हैं तो मैं डर जाती हाँ। तू सब भुल जा दीप, अपने आप को दुखी ना कर, तेरी तबीयत खराब हो जाएगी। मैं की करा, ये दर्द सारी जिंदगी मेरे नाल रहेगा। मैं तो हाले बचपन की दहलीज नूं भी पार नहीं किया सी। हाले तो मैं सही गलत के फर्क तो भी ना वाकफ सी जब मेरे बाप ने मैनूं अपनी मरदानगी के अर्थ समझाए। 12 साल की बालड़ी उम्र सी मेरी जब मेरे बाप ने मेरी मासूमियत नूं कुचल दिता। मैं सब जानता संदीप, तू ये सब याद करके हुण अपने आप नूं होर तकलीफ ना दे। प्लीज़ संदीप भुल जा, सब नहीं भुलिया जाता, नहीं भुलिया जाता। वो भयानक रातां दे डरावने साए मैनूं जिउण नहीं दिंदे। तेरे भूआ जी ने मैनूं सब कुछ दस्सिया सी दीप। तैनूं कदे इस बारे कोई सवाल मैं नहीं किया क्योंकि मैं तेरे जख्मां नूं फिर तो उचेड़ना नहीं चाहता सी। मैं तो तेरे जख्मां ते मरण बनना चाहता सी ते मैनूं उसे मरण तो ही दर्द महसूस होंदा रहा। मैं अज तुहानूं सब कुछ दसांगी प्रतीक, सब कुछ जानना तुहाडा हक भी है। मेरे लिए मुश्किल जरूर है पर मैनूं फिर तो उस दर्द विचों भी गुजरना पवेगा, पर फिर भी मैं तुहानूं सब कुछ दसांगी। बाहर तेज बारिश रुकण का नाम नहीं लै रही सी।
उधर संदीप के नैना विच उमड़ियां बारिश दीयां बूंदां भी पलकां दी हद तोड़ के त्रेल दे सुच्चे मोतियां वांग चेहरे ते ठहर गईयां सन। और रो के अपनी सारी विथा बयान कर रही सी। पापा पुलिस विभाग विच SHO सन। 6 फुट लंबा कद, सडौल भरमा जुस्सा, चेहरे ते भरमी दाढ़ी, कुंडियां मुच्छां उन्हां दी शख्सियत नूं होर भी रोहबदार बना दिंदियां सन। ਵੱਡੇ ਵੱਡੇ अफसरां नाल उन्हां दी उठनी बैठनी सी। चंगी जमीन जायदाद के मालिक सी। 2 मंजिली कोठी पाई हुई सी। पूरे इलाके विच उन्हां दी धाक सी। उन्हां दी रोहबदार शख्सियत जिवें मुजरमां दे दिलां विच दहशत भर दिंदी सी, उवें ही जदों घर अंदर दाखल हुंदे तां परिवार दे सारे जीआं दे मनां विच डर ते दहशत भर जांदी। मैं ते मेरा भरा घर दे कोनिਆਂ विच दुख के बैठ जांदे। जदों घर तो बाहर हुंदे तां सारा घर चहक रिहा हुंदा, पर जदों घर आ जाते तो जिवें बदलों की काली घटा छा जाती। पापा तो सारे डरते सी। घर में मम्मी, दादी जी, वीरा तो सी छोटा, पर किसी की हिम्मत नहीं पैंदी सी कि उन्हां सामने कोई खुल के साह भी लै लवे। मैं तो पिता के इसे रिश्ते तो वाकफ सी। वो घर आउंदे तां आके शराब पीण लग जाते। मम्मी देर तक उन्हां दे खाना खाण की उड़ीक करती रहती। जद भी मैं अपनियां सहेलियां दे पापा नूं वेखदी कि वो उन्हां नूं किन्ना प्यार करते हैं, उन्हां दे नाल किन्ने फ्रेंडली हैं, तो मैं मन में सोचती रहती कि मेरे पापा इस तरह के क्यों नहीं हैं। मेरे पापा ने तो जब भी साडे नाल गल करनी तो बस यही कहना कि चुप करके पढ़ लो, जो फेल हो गए तो मैं स्कूलों हटा लूँगा। मैनू तुहाडे स्कूल विचों कोई भी कंप्लेंट नहीं होनी चाहिए। उंज तो उन्होंने अगे किसी की बोलने की हिम्मत ही ना पैंदी, पर जे कदे मम्मी कुछ बोलने की हिम्मत जताउंदे तो घर विच कलेश पै जांदा। वो छोटी जी गल ते भी रिवाल्वर कढ़ के फायर कर देंदे। सारे डर जाते। मैं हिस्टरी की किताब में जब भी हिटलर के बारे पढ़िया सी कि वह बहुत ही तानाशाह शासक सी, तो मैनू पापा के विचों हिटलर ही दिखाई दिंदा। मैनू हिटलर ते पापा की शख्सियत रलगट होंदी दिखाई दिंदी, लगता जिवें इक्को दे दोनों रूप होण। इसे करके पापा नाल प्यार का रिश्ता तो कभी बनया ही नहीं सी। घर विच आज़ादी के पल उही हुंदे सन जब पापा घर तो बाहर हुंदे। प्रतीक साह रोक के संदीप दीयां सारियां गल्लां खामोशी नाल सुण रहा सी। जिवें जिवें मैं वड्डी हो रही सी, पापा का वतीरा मेरे नाल नरम होंदा जा रहा सी। मैनूं ये समझ नहीं आ रही सी कि अजिहा क्यों हो रहा है। रात नूं भी हुण कई बार पापा मेरे नाल मंजे ते आके सौ जांदे, पर मैनूं ये चंगा ना लगदा क्योंकि उन्होंने बहुत शराब पी रखी हुंदी सी। उन्हां दे साहां चों मारदी शराब दी हवाड़ मेरे सिर नूं चढ़ जांदी। ये हफ्ते विच कई बार हो जाता जब पापा अद्धी रात नूं मेरे मंजे ते आ जांदे। मैनूं चंगा ना लगता, पर मैं किसी नूं कुछ ना कह सकी। पापा जिस तरह मैनूं चाहुंदे मैनूं शो चंगी नहीं लगती सी, पता नहीं क्यों। फिर हौली हौली उन्हां दा हौसला होर अगे वधण लगा। एक दिन शराब के नशे विच चूर होकर घर आए, आके बिना रोटी खाते सौ गए। असीं भी सारे सौ गए, पर अद्धी रात नूं मैनूं महसूस होया कि जिवें कोई मैनूं छूह रहा है। मैं जद घबरा के नींद चों जागी तां मैं हनेरे विच पहचानण की कोशिश की। तो मैं देखिया तो मैं हैरान हो गई कि पापा मेरे नाल मेरे मंजे ते पए सन। वो मैनूं अपने कलावे विच लै रहे सन। मैं घबरा के उन्हां दा हत्थ झटक दिता ते तेजी नाल उठ के कमरे विच आके दरवाजे की कुंडी बंद कर लई। मैनूं समझ ही नहीं आ रही सी कि मेरे नाल हो की रहा है। मैं किन्ना चिर बाद हवासी की हालत विच दरवाजे दे नाल ही टेक ला के खड़ी रही। एक 12 साल की बच्ची ने समझ आई कि इस विच कुछ गलत है। पापा का यह व्यवहार नॉर्मल नहीं है। मैं सोचा कि सवेरे मम्मी नूं सब दस देवांगी। मैं जब सवेरे मम्मी नूं दस्सिया कि पापा इस तरह क्यों करते हैं, मैनूं चंगा नहीं लगता, तो मम्मी तो मेरी गल सुन के जिवें जड़ ही हो गए। उन्होंने यकीन नहीं आ रहा कि कोई पिता इन्ना भी गिर सकता है। उन्हों का चेहरा गुस्से ते नफरत की अग विच भख के लाल हो गया सी। गुस्से विच उन्हां दीयां मुट्ठियां मीचियां गईयां। उन्हां दी हालत देख के मैं बहुत डर गई सी। मैनूं लग्या कि मैं गलती कर दी। मम्मी नूं कुछ नहीं दसना चाहिए सी। मैं उन्होंने समझाया कि तुसीं पापा नाल लड़ियो ना, वो तुहानूं मारनगे, पर मम्मी ते तां जिवें किसी ने दुख दे ते हत्थ रख दिता सी। वो गुस्से विच उच्ची उच्ची बोली जा रहे सन कि मैं इस बंदे दीयां सारी मर्यादतियां बर्दाश्त कीतियां कि मेरे बच्चों का पिता है। कुछ भी होवे ये उन्हां दा भविख सवारेगा, पर अज नागन वांगू मेरी बच्ची नूं भी निगल जाना चाहुंदा है। मैं इसनूं हुण नहीं छड्डांगी, पर हुण पानी सिर तो लंघ गया है। पापा तो हमेशा डर के जिउण वाली मेरी मम्मी उस दिन पता नहीं किवें इन्नी हिम्मत आ गई सी। वो तेजी नाल उपर चवारे दीयां पौड़ियां चढ़ गई। मैं उन्हां दे रूप पहली बार वेख्या सी।
ਪਾਪਾ ਉੱਪਰ ਚਵਾਰੇ ਵਿੱਚ ਪਏ ਸਨ। ਰਾਤ ਨੂੰ ਸ਼ਾਇਦ ਉੱਪਰ ਹੀ ਸੌਂ ਗਏ ਸਨ। ਮੈਂ ਥੱਲੇ ਡਰੀ ਸਹਿਮੀ ਹੋਈ ਸਾਰੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਇੰਨੇ ਨੂੰ ਮੰਮੀ ਤੇ ਪਾਪਾ ਵਿੱਚ ਬਹੁਤ ਬਹਿਸ ਹੋਈ। ਉਹਨਾਂ ਦੀ ਲੜਾਈ ਦੀਆਂ ਆਵਾਜ਼ਾਂ ਥੱਲੇ ਤੱਕ ਸੁਣਾਈ ਦੇ ਰਹੀਆਂ ਸਨ। ਉਹ ਬਹਿਸ ਕਰਦੇ ਕਰਦੇ ਚੁਬਾਰੇ ਤੋਂ ਬਾਹਰ ਵਿਹੜੇ ਵਿੱਚ ਆ ਗਏ। ਉਹਨਾਂ ਵਿੱਚ ਹੱਥੋਂ-ਪਾਈ ਹੋ ਰਹੀ ਸੀ। ਪਾਪਾ ਬਹੁਤ ਗਾਲੀ ਗਲੋਚ ਕਰ ਰਹੇ ਸਨ। ਮੰਮੀ ਵੀ ਬਹੁਤ ਗੁੱਸੇ ਵਿੱਚ ਸਨ। ਮੇਰੇ ਦਾਦੀ ਜੀ ਤਾਂ ਹਮੇਸ਼ਾ ਲਈ ਮੰਜੇ 'ਤੇ ਹੀ ਸਨ। ਉਹਨਾਂ ਨੂੰ ਗਠੀਆ ਆਵਾਜ਼ ਸੀ, ਉਹ ਚੱਲ ਫਿਰ ਨਹੀਂ ਸਕਦੇ ਸਨ। ਮੇਰਾ ਭਰਾ ਬਹੁਤ ਛੋਟਾ ਸੀ, ਉਹ ਤਾਂ ਉਂਝ ਹੀ ਹਿੰਮਤ ਨਹੀਂ ਜਤਾ ਸਕਦਾ ਸੀ ਕਿ ਮੰਮੀ ਤੇ ਪਾਪਾ ਦੇ ਝਗੜੇ ਵਿੱਚ ਆ ਸਕੇ। ਘਰ ਵਿੱਚ ਅਜਿਹਾ ਕੋਈ ਨਹੀਂ ਸੀ ਜਿਹੜਾ ਵਿੱਚ ਪੈ ਕੇ ਉਹਨਾਂ ਦਾ ਝਗੜਾ ਮਿਟਾ ਸਕਦਾ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕੋਈ ਅਣਹੋਣੀ ਨਾ ਵਾਪਰ ਜਾਵੇ। ਫਿਰ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਹੱਥੋਂ ਪਾਈ ਦੇ ਵਿੱਚ ਪਾਪਾ ਨੇ ਮੰਮੀ ਨੂੰ ਜ਼ੋਰ ਦੀ ਧੱਕਾ ਮਾਰਿਆ। ਦੇਖਦੇ ਹੀ ਦੇਖਦੇ ਮੰਮੀ ਬਨੇਰੇ ਦੀ ਜਾਲੀ ਤੋੜ ਕੇ ਥੱਲੇ ਵਿਹੜੇ ਵਿੱਚ ਆ ਡਿੱਗੇ ਤੇ ਡਿੱਗਦੇ ਹੀ ਉਹਨਾਂ ਨੇ ਦਮ ਤੋੜ ਦਿੱਤਾ। ਖੂਨ ਨਾਲ ਲੱਥ-ਪੱਥ ਮੰਮੀ ਦੀ ਲਾਸ਼ ਵਿਹੜੇ ਵਿੱਚ ਪਈ ਸੀ। ਮੈਂ ਤਾਂ ਇਹ ਮੰਜ਼ਰ ਦੇਖ ਸੁੱਧ-ਬੁੱਧ ਹੀ ਗਵਾ ਬੈਠੀ ਸੀ। ਮੈਂ ਤਾਂ ਜਿਵੇਂ ਪੱਥਰ ਹੀ ਹੋ ਗਈ ਸੀ। ਮੈਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਕਿ ਮੰਮੀ ਦੀ ਜਾਨ ਮੇਰੇ ਕਰਕੇ ਗਈ ਹੈ। ਮੈਨੂੰ ਆਪਣੀ ਕੋਈ ਹੋਸ਼ ਹੀ ਨਹੀਂ ਸੀ। ਪਾਪਾ ਨੇ ਆਪਣੇ ਰਸੂਖ ਨਾਲ ਇਸ ਸਭ ਨੂੰ ਹਾਦਸੇ ਦਾ ਨਾਮ ਦੇ ਕੇ ਕੇਸ ਰਫਾ-ਦਫਾ ਕਰਵਾ ਦਿੱਤਾ ਸੀ। ਸਭ ਨੂੰ ਇਹੀ ਦੱਸਿਆ ਗਿਆ ਕਿ ਜਾਲੀ ਕਮਜ਼ੋਰ ਸੀ, ਮੁਰੰਮਤ ਕਰਵਾਉਣ ਵਾਲੀ ਸੀ। ਬਾਈ ਚਾਂਸ ਹੀ ਮੰਮੀ ਡਿੱਗ ਪਈ। ਪਰ ਉਸ ਦਿਨ ਕੀ ਹੋਇਆ ਸੀ ਤੇ ਕਿਉਂ, ਇਹ ਸਿਰਫ ਮੈਨੂੰ ਹੀ ਪਤਾ ਸੀ ਜਾਂ ਪਾਪਾ ਨੂੰ। ਲੋਕ ਆਉਂਦੇ ਅਫਸੋਸ ਕਰਕੇ ਚਲੇ ਜਾਂਦੇ। ਘਰ ਵਿੱਚ ਰਿਸ਼ਤੇਦਾਰਾਂ ਦਾ ਮੇਲਾ ਲੱਗਿਆ ਹੋਇਆ ਸੀ। ਸਾਰੇ ਦੁੱਖ ਮੰਡਾਉਣ ਆਏ ਸੀ। 10ਵੇਂ ਦਿਨ ਮੰਮੀ ਦਾ ਭੋਗ ਵੀ ਪੈ ਗਿਆ। ਭੋਗ ਤੋਂ ਬਾਅਦ ਸਾਰੇ ਰਿਸ਼ਤੇਦਾਰ ਵਾਪਸ ਚਲੇ ਗਏ। ਪਰ ਮੇਰੇ ਕਮਲ ਭੂਆ ਜੀ ਮੇਰੀ ਹਾਲਤ ਵੇਖ ਕੇ ਮੇਰੇ ਲਈ ਕੁਝ ਦਿਨ ਹੋਰ ਰੁਕ ਗਏ ਸਨ। ਭੂਆ ਜੀ ਨੇ ਮੈਨੂੰ ਬਹੁਤ ਸਮਝਾਇਆ ਕਿ ਮੈਂ ਸਭ ਕੁਝ ਭੁੱਲ ਕੇ ਜ਼ਿੰਦਗੀ ਵਿੱਚ ਅੱਗੇ ਵਧਾਂ, ਉਸ ਹਾਦਸੇ ਨੂੰ ਭੁੱਲ ਜਾਵਾਂ। ਪਰ ਇਹ ਕਹਿਣਾ ਜਿੰਨਾ ਆਸਾਨ ਹੁੰਦਾ, ਕਰਨਾ ਉਨਾ ਹੀ ਮੁਸ਼ਕਲ ਹੁੰਦਾ ਹੈ। ਮੈਂ ਵਿੱਚੋਂ ਵਿੱਚ ਹੀ ਘੁੱਟ ਰਹੀ ਸੀ, ਨਾ ਕਿਸੇ ਨੂੰ ਕੁਝ ਦੱਸ ਸਕਦੀ ਸੀ। ਜ਼ਿੰਦਗੀ ਦਾ ਉਹ ਸੁੰਨਾਪਣ ਮੈਂ ਅੱਜ ਵੀ ਆਪਣੇ ਅੰਦਰ ਮਹਿਸੂਸ ਕਰਦੀ ਹਾਂ। ਪਰ ਅੱਜ ਤੋਂ ਬਾਅਦ ਨਹੀਂ ਕਰਾਂਗੀ ਸੰਦੀਪ। ਮੈਂ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗਾ। ਇਹ ਕਹਿੰਦੇ ਹੋਏ ਪ੍ਰਤੀਕ ਨੇ ਸੰਦੀਪ ਦਾ ਹੱਥ ਫੜ ਕੇ ਉਸਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਗੱਲਾਂ ਕਰਦੇ ਕਰਦੇ ਰਾਤ ਦੇ 10 ਵੱਜ ਚੁੱਕੇ ਸਨ, ਪਰ ਗੱਲਾਂ ਦਾ ਸਿਲਸਿਲਾ ਹਾਲੇ ਵੀ ਜਾਰੀ ਸੀ। ਸੰਦੀਪ ਅੱਜ ਆਪਣੇ ਦਿਲ ਦੀਆਂ ਸਾਰੀਆਂ ਪਰਤਾਂ ਖੋਲ੍ਹਣਾ ਚਾਹੁੰਦੀ ਸੀ। ਸੰਦੀਪ ਨੇ ਆਪਣੀ ਗੱਲ ਅੱਗੇ ਤੋਰੀ। ਇਸ ਹਾਦਸੇ ਤੋਂ ਬਾਅਦ ਘਰ ਵਿੱਚ ਪਾਪਾ ਦੀ ਦਹਿਸ਼ਤ ਹੋਰ ਵੱਧ ਗਈ। ਇੱਕ ਭੂਆ ਜੀ ਦਾ ਹੀ ਸਹਾਰਾ ਸੀ। ਭੂਆ ਜੀ ਕਾਲਜ ਵਿੱਚ ਪ੍ਰੋਫੈਸਰ ਸਨ। ਇੱਕ ਉਹੀ ਸਨ ਜੋ ਪਾਪਾ ਨੂੰ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਸਨ। ਪਰ ਘਰ ਵਿੱਚ ਬਾਕੀ ਤਾਂ ਸਭ ਡਰਦੇ ਸਨ। ਪਰ ਉਹ ਵੀ ਕਿੰਨਾ ਕੁ ਦਿਨ ਰੁਕਦੇ। ਆਖਿਰ ਉਹਨਾਂ ਦੇ ਜਾਣ ਦਾ ਦਿਨ ਵੀ ਆ ਗਿਆ। ਭੂਆ ਜੀ ਆਪਣੇ ਘਰ ਚਲੇ ਗਏ। ਪਿੱਛੇ ਰਹਿ ਗਈ ਸੀ ਤਾਂ ਮੈਂ, ਮੇਰਾ ਇਕੱਲਾਪਣ ਤੇ ਮੇਰਾ ਅਪਰਾਧ ਬੋਧ ਮੈਨੂੰ ਚੈਨ ਨਾਲ ਜਿਉਣ ਨਹੀਂ ਦੇ ਰਿਹਾ ਸੀ। ਅਪਰਾਧ ਬੋਧ ਤੇ ਖੌਫ ਦੇ ਸਾਏ ਵਿੱਚ ਜ਼ਿੰਦਗੀ ਬੀਤ ਰਹੀ ਸੀ। ਮੈਨੂੰ ਹਰ ਸਮੇਂ ਇੱਕ ਅਜੀਬ ਜਿਹਾ ਡਰ ਲੱਗਿਆ ਰਹਿੰਦਾ। ਇਸ ਤਰ੍ਹਾਂ ਲੱਗਦਾ ਜਿਵੇਂ ਸਭ ਦੇ ਹੁੰਦੇ ਹੋਏ ਵੀ ਘਰ ਵਿੱਚ ਮੈਂ ਇਕੱਲੀ ਹਾਂ। ਆਪਣੇ ਘਰ ਦੀ ਚਾਰਦੀਵਾਰੀ ਵਿੱਚ ਹੀ ਮੇਰਾ ਦਮ ਘੁੱਟਦਾ ਸੀ। ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿਸ ਨੂੰ ਆਪਣੇ ਦੁੱਖਾਂ ਦਾ ਸਾਂਝੀ ਬਣਾਵਾਂ, ਕਿਸ ਨਾਲ ਆਪਣਾ ਦਰਦ ਸਾਂਝਾ ਕਰਾਂ। ਇੱਕ ਦਿਨ ਰਾਤ ਨੂੰ ਮੈਂ ਕਮਰੇ ਵਿੱਚ ਇਕੱਲੀ ਗੁੰਮਸੁੰਮ ਬੈਠੀ ਖਿਆਲਾਂ ਵਿੱਚ ਗੁਆਚੀ ਹੋਈ ਸੀ। ਉਸ ਦਿਨ ਵੀ ਅੱਜ ਵਾਂਗ ਬਾਹਰ ਮੁਸਲਧਾਰ ਮੀਂਹ ਪੈ ਰਿਹਾ ਸੀ। ਇਸੇ ਕਰਕੇ ਸਾਰੇ ਪਿੰਡ ਦੀ ਬੱਤੀ ਵੀ ਗੁੱਲ ਹੋ ਗਈ ਸੀ। ਚਾਰੇ ਪਾਸੇ ਹਨੇਰਾ ਹੀ ਹਨੇਰਾ ਪਸਰ ਗਿਆ ਸੀ। ਰਾਤ ਦੇ ਸਨਾਟੇ ਵਿੱਚ ਬੱਦਲਾਂ ਦੀ ਗਰਜਨ ਤੇ ਬਿਜਲੀ ਦੀ ਕੜਕਵੀਂ ਆਵਾਜ਼ ਰਾਤ ਨੂੰ ਹੋਰ ਵੀ ਡਰਾਉਣਾ ਬਣਾ ਰਹੀ ਸੀ। ਅਚਾਨਕ ਮੈਨੂੰ ਲੱਗਿਆ ਕਿ ਮੇਰੇ ਕਮਰੇ ਦਾ ਦਰਵਾਜ਼ਾ ਥੋੜਾ ਜਿਹਾ ਖੁੱਲਿਆ ਤੇ ਰਤਾ ਕੋ ਚਾਨਣ ਕਮਰੇ ਵਿੱਚ ਫੈਲਿਆ ਤੇ ਉਸ ਦੇ ਨਾਲ ਹੀ ਇੱਕ ਸਾਏ ਨੇ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ। ਸ਼ਰਾਬ ਦੀ ਹਾਲਤ ਹਵਾੜ ਮੇਰੇ ਨੱਕ ਨੂੰ ਚੜ੍ਹ ਗਈ ਤੇ ਮੈਨੂੰ ਉਲਟੀ ਆਉਣ ਵਾਲੀ ਹੋ ਗਈ। ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ, ਜਿਸ ਕਾਰਨ ਮੇਰੀ ਚੀਕ ਮੂੰਹ ਵਿੱਚ ਹੀ ਦਬ ਕੇ ਰਹਿ ਗਈ। ਘਬਰਾਹਟ ਨਾਲ ਮੇਰੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਇੰਝ ਲੱਗਿਆ ਜਿਵੇਂ ਮੇਰਾ ਸਾਹ ਸੱਤ ਹੀ ਸੁੱਕਿਆ ਗਿਆ ਹੋਵੇ। ਮੇਰਾ ਸਾਰਾ ਖੂਨ ਜਿਵੇਂ ਸਿਰ ਨੂੰ ਚੜ੍ਹ ਗਿਆ। ਮੈਨੂੰ ਇੱਕ ਤਰੇਲੀ ਜਿਹੀ ਆ ਗਈ ਜਦ ਦੋ ਹੱਥਾਂ ਨੇ ਡੋਲਿਆ ਤੋਂ ਫੜ ਕੇ ਮੈਨੂੰ ਆਪਣੀ ਮਜ਼ਬੂਤ ਪਕੜ ਵਿੱਚ ਜਕੜ ਲਿਆ। ਮੈਂ ਬਹੁਤ ਛਟਪਟਾਈ, ਉਸ ਤੋਂ ਛੁੱਟਣ ਦੀ ਕੋਸ਼ਿਸ਼ ਕੀਤੀ, ਪਰ ਮੇਰੀਆਂ ਸਭ ਕੋਸ਼ਿਸ਼ਾਂ ਵਿਅਰਥ ਹੋ ਗਈਆਂ ਕਿਉਂਕਿ ਉਸ ਦੀ ਪਕੜ ਇੰਨੀ ਜ਼ਿਆਦਾ ਮਜ਼ਬੂਤ ਸੀ ਕਿ ਮੈਂ ਹਿੱਲ ਵੀ ਨਾ ਸਕੀ। ਇੰਝ ਲੱਗਦਾ ਸੀ ਜਿਵੇਂ ਕਿਸੇ ਨੇ ਮੈਨੂੰ ਸੰਗਲਾਂ ਨਾਲ ਨੂੜ ਦਿੱਤਾ ਹੋਵੇ। ਮੈਂ ਛਟਪਟਾਉਂਦੀ ਰਹੀ, ਪਰ ਨਸ਼ੇ ਵਿੱਚ ਤੋਂ ਵਹਿਸ਼ੀ ਦਰਿੰਦਾ ਮੇਰੇ ਤਨ ਦੀ ਬੋਟੀ ਬੋਟੀ ਨੋਚਦਾ ਰਿਹਾ ਜਦ ਤੱਕ ਕਿ ਮੈਂ ਬੇਹੋਸ਼ ਨਾ ਹੋ ਗਈ। ਹੁਣ ਮੀਂਹ ਵੀ ਥੰਮ ਗਿਆ ਸੀ। ਲੱਗਦਾ ਸੀ ਜਿਵੇਂ ਮੇਰੀ ਮਾੜੀ ਕਿਸਮਤ ਤੇ ਰੱਬ ਵੀ ਰੋ ਰਿਹਾ ਹੋਵੇ। ਉਸ ਰਾਤ ਮੇਰੇ ਲਈ ਕਿਆਮਤ ਦੀ ਰਾਤ ਬਣ ਗੁਜ਼ਰੀ। ਉਸ ਰਾਤ ਦੀ ਕੁੱਖ ਵਿੱਚੋਂ ਜੋ ਸਵੇਰ ਜੰਮੀ ਉਹ ਮੈਨੂੰ ਮੈਲੀ ਲੱਗੀ। ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਸੀ।
जी करदा सी अपने आप नूं खत्म कर लवां। मेरा रोम रोम विन्निया पिया सी। इंज लगदा सी किसी ने मेरे वजूद के टुकड़े टुकड़े कर दिते होण। मैं वार वार अपने तन नूं पानी नाल साफ करन दी अथक कोशिश की, पर मेरे पूरे जिस्म तो मैनूं सरांद मारती हुई प्रतीत हो रही सी। उस वैशी जानवर ने उस दिन मेरे तन नूं ही नहीं, मेरी रूह तक नूं जख्मी कर दिता सी। सारी घटना सुन के प्रतीक दे भी रोंगटे खड़े हो गए। बाहर बारिश हो रही सी ते संदीप ते प्रतीक दोनों दी अखां भर भर के छलकी जा रही सन। संदीप का दर्द उसदियां नम अखां विच भी नज़र आ रहा सी। संदीप ने अपनी गल जारी रखते हुए कहा कि मैं अपना आप समेटदी इसे कशमकश विच उलझी हुई सी कि वह कौन सी। सब कुछ धुंधला धुंधला दिखाई दे रहा सी। जे कुछ भी साफ सी तो वह सी एक बटन जो खिच्चो ताण विच टुट के मेरे हत्थ विच रह गया सी। मेरा पहला शक तो पापा ते ही सी। मैं पापा के कपड़िਆਂ वाली अलमारी विचों उन्हां दे कपड़े चैक कीते तो मैनूं शर्ट मिल गई जिसदे हूबहू ओहो ਜਿਹੇ ही बटन लगे सन जो बटन मेरे कोल सी। उस शर्ट का उपरला बटन भी टुटिया होया सी। मैनूं ये समझण विच देर ना लगी कि वह वैशी दरिंदा कौन सी। मैं हाले इस सब बारे सोच ही रही सी कि मेरे हत्थ विचों शर्ट वेख के पापा बहुत ही बेशर्मी नाल कहते चंगा हो गया तैनूं आपे पता लग गया, हुण अगांह नूं मेरे लिए भी आसान हो जाएगा। मैं हैरान परेशान खड़ी पत्थर ही हो गई कि कोई पिता इन्ना भी गिर सकता है कि अपनी ही धी नाल। गुस्से ते घिरना नाल मेरा पूरा शरीर कंब रहा सी। मेरा जी करता सी कि मैं उस आदमी का खून कर देवां, फिर अपने आप नूं खत्म कर लवां। मैं रोंदे हुए पापा दे मूँह ते थुकदे हुए तेजी नाल कमरे विचों बाहर हो गई। मैनूं अपनी कोई होश ही नहीं सी। मैनूं समझ नहीं आ रही सी कि मैं किहदे कोल जावां, किसकी सहायता लवां जो मैनूं इस दरिंदे तो बचा सके। शायद उस दिन किस्मत मेरे ते मेहरबान हो गई, या शायद रब नूं ही मेरे ते तरस आ गया ते उन्होंने मेरे कमल भूआ जी नूं मेरे कोल भेज दिता। मैं भूआ जी के गले लग के बहुत रोई। भूआ जी मैनूं चुप कराउंदे रहे पर मेरे नैना दे हंझू सन के सुक्कण दा नाम ही नहीं लै रहे सन। भूआ जी नूं ये लग रहा सी कि मम्मी दे चले जाण करके दुख अजे सज्जरा है, इसीलिए मैं रो रही हाँ। उसका इस सब तो बेखबर सन कि मेरे ते की बीत रही है। मैं सोचा कि मैं भूआ जी नूं सारा सच दस देवांगी, फिर डर जाती कि मम्मी नूं सच ही तो दस्सिया सी, उसका की हशर होया। जे भूआ जी ने भी कुछ हो गया तो मैं की करांगी। इसे दवंद विच मैं सारी रात अखां विच कढ दित्ती। सारी रात भूआ जी मेरे नाल मम्मी दियां मेरे बचपन दियां गल्लां करदे रहे, मैनूं हौसला दिंदे रहे, हालातां नाल लड़न दी सिੱਖਿਆ दिंदे रहे। जब बार बार इसे गल ते जोर दे जा रहे सन कि जमाना बहुत खराब है, जब इकली होवे तो घर का दरवाजा बंद करके रखा कर, तो मेरा सबर का बन टुट गया। मैं गुस्से विच कहा कि किस तों दरवाजा बंद करके रखा करा, तुसीं बाहरले दरिंदिਆਂ तो बचना सिखा दिता, पर घर के अंदर के दरिंदिਆਂ तो बचना तो तुसीं सिखाया ही नहीं। भूआ जी मेरी गल सुन के सुन हो गई। मैं उन्होंने सारी गल दसी कि किस तरह पापा ने मम्मी नूं मारिया, मेरे नाल जो दरिंदगी वाला सलूक किया। भूआ जी के रोंगटे खड़े हो गए। उस दिन मेरे गल लग के बहुत रोए। उन्होंने मैंने दिलासा दिता कि वो मैनूं अपने नाल लै जाणगे। भूआ जी बेसुरती जही विच बोली जा रहे सी, हुण होर नहीं रहन दियाँगी मैं तैनूं इस नरक विच, मैं लै जावांगी तैनूं, हाँ हाँ मैं लै जावांगी। अगली सवेर मेरे लिए आशा की नवीं किरण लैके आई सी। भूआ जी ने मेरा सारा समान पैक कर लिया। उन्होंने दादी जी को दस दिता कि वह मैनूं अपने नाल लैके जाणगे, पर सारे डर रहे सन कि पापा पता नहीं की रिएक्ट करनगे। दादी जी कह रहे सन कि दविंदर कदी नहीं जान देवेगा अपनी धी नूं, तू गल करके वेख लै। सवेरे नाश्ता करन तो बाद जब पापा ऑफिस जाण लगे तो भूआ जी ने हिम्मत जुटा के पापा जी ने कहा कि मैं संदीप नूं अपने नाल लैके जा रही हाँ, इत्थे सारा दिन रोंदी रहिंदी है, जगह बदलेगी तो ये अपना दुख भी भुल जाएगी। पापा ने बहुत जोर लाया कि इसके बिना साडा घर सरना नहीं, खाना कौन बनावेगा, सारा घर कौन संभालेगा, पर भूआ जी ने उन्होंने एक ना चलन दी ते मेरा बैग पैक करके मैनूं अपने नाल अपने घर लै गए। भूआ जी के घर जाके मैनूं तां जिवें नवीं जिंदगी मिल गई सी। पिता का जो प्यार मैनूं पापा तो ना मिलिया, फुफ्फड़ जी ने वो प्यार बहुत लुटाया मेरे ते। उन्होंने अपने भी दो बच्चे सन, पर मेरे प्रति उन्होंने प्यार में कोई कमी नहीं आई। भूआ ते फुफ्फड़ जी तो माँ प्यो वर्गा प्यार पा के मेरी जिंदगी सबरन लगी सी। भूआ जी ने 12वीं पास करने तो बाद अपने ही कॉलेज में मेरा दाखला करवा दिता। मैनूं अजीत वीरे जी ते दादी जी की बहुत याद आउंदी सी, पर मैं पिछे मुड़ के वेखना नहीं चाहती सी। मैं इन्हां रिश्तिਆਂ ਨੂੰ बहुत पिछे छड्ड आई सी।
ਹੁਣ ਉਸ ਨਰਕ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਸੀ। ਹੁਣ ਮੈਂ ਨਵੇਂ ਰਿਸ਼ਤਿਆਂ ਵਿੱਚ ਹੀ ਜ਼ਿੰਦਗੀ ਲੱਭਣ ਲੱਗੀ ਸੀ। ਜ਼ਿੰਦਗੀ ਕਿਸ ਨੂੰ ਕਹਿੰਦੇ ਨੇ, ਕਿਵੇਂ ਜਿਉਣੀ ਜਾਂਦੀ ਹੈ, ਇਸ ਦੀ ਜਾਂਚ ਮੈਨੂੰ ਭੂਆ ਜੀ ਨੇ ਹੀ ਸਿਖਾਈ। ਮੇਰੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਭੂਆ ਜੀ ਨੇ ਮੇਰਾ ਬੀਐਡ 'ਚ ਦਾਖਲਾ ਕਰਵਾ ਦਿੱਤਾ। ਬੀਤੇ ਦੀਆਂ ਭਿਆਨਕ ਯਾਦਾਂ ਹਾਲੇ ਮੇਰੇ ਜ਼ਿਹਨ ਵਿੱਚ ਧੁੰਦਲੀਆਂ ਵੀ ਨਹੀਂ ਹੋਈਆਂ ਸਨ ਕਿ ਪਾਪਾ ਜੀ ਨੇ ਭੂਆ ਜੀ ਨੂੰ ਆ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਰੋਜ਼ ਵਾਂਗੂ ਘਰ ਆਉਂਦੇ ਤੇ ਭੂਆ ਜੀ ਨੂੰ ਕਾਨੂੰਨ ਦੀਆਂ ਧਮਕੀਆਂ ਦਿੰਦੇ ਕਿ ਤੂੰ ਜ਼ਬਰਦਸਤੀ ਮੇਰੀ ਧੀ ਨੂੰ ਇਸ ਤਰ੍ਹਾਂ ਆਪਣੇ ਕੋਲ ਨਹੀਂ ਰੱਖ ਸਕਦੀ। ਮੈਂ ਇਸ ਨੂੰ ਹਰ ਹਾਲਤ ਵਿੱਚ ਇੱਥੋਂ ਲੈ ਕੇ ਜਾਵਾਂਗਾ, ਤੂੰ ਮੈਨੂੰ ਰੋਕ ਨਹੀਂ ਸਕਦੀ। ਮੇਰੀਆਂ ਖੁਸ਼ੀਆਂ ਤੇ ਫਿਰ ਜਿਵੇਂ ਦੁੱਖ ਦੇ ਬੱਦਲ ਮੰਡਰਾਉਣ ਲੱਗੇ ਸਨ। ਭੂਆ ਜੀ ਵੀ ਪਰੇਸ਼ਾਨ ਰਹਿੰਦੇ ਸਨ। ਭੂਆ ਜੀ ਨੇ ਮੈਨੂੰ ਜੋ ਸੁਪਨੇ ਵੇਖਣ ਸਿਖਾਇਆ ਸੀ, ਉਹ ਸੁਪਨੇ ਹੁਣ ਮੈਨੂੰ ਟੁੱਟਦੇ ਨਜ਼ਰ ਆ ਰਹੇ ਸਨ। ਮੈਂ ਫਿਰ ਤੋਂ ਉਸੇ ਨਰਕ ਵਿੱਚ ਨਹੀਂ ਜਾਣਾ ਚਾਹੁੰਦੀ ਸੀ। ਭੂਆ ਜੀ ਭਾਵੇਂ ਮੈਨੂੰ ਬਹੁਤ ਸਮਝਾਉਂਦੇ ਸਨ ਕਿ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ, ਮੇਰੇ ਤੇ ਭਰੋਸਾ ਰੱਖ, ਪਰ ਉਹਨਾਂ ਦੀ ਆਵਾਜ਼ ਦੀ ਕੰਪਨ ਇਸ ਗੱਲ ਦਾ ਅੰਦੇਸ਼ਾ ਜ਼ਰੂਰ ਕਰਵਾਉਂਦੀ ਸੀ ਕਿ ਅੰਦਰੋਂ ਉਹ ਵੀ ਡਰੇ ਹੋਏ ਸਨ। ਇੱਕ ਦਿਨ ਮੈਂ ਫੁੱਫੜ ਜੀ ਤੇ ਭੂਆ ਜੀ ਨੂੰ ਗੱਲਾਂ ਕਰਦੇ ਸੁਣਿਆ ਕਿ ਉਹ ਕਹਿ ਰਹੇ ਸਨ ਕਿ ਕਾਨੂੰਨੀ ਤੌਰ 'ਤੇ ਆਪਣੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਆਪਾਂ ਸੰਦੀਪ ਨੂੰ ਆਪਣੇ ਕੋਲ ਰੱਖ ਸਕੀਏ। ਜੇ ਪਿਤਾ ਚਾਹੇ ਤਾਂ ਆਪਣੀ ਧੀ ਨੂੰ ਵਾਪਸ ਲਿਜਾ ਸਕਦਾ ਹੈ। ਭੂਆ ਜੀ ਘਬਰਾ ਕੇ ਪੁੱਛ ਰਹੇ ਸਨ, ਕੋਈ ਤਾਂ ਹੱਲ ਹੋਵੇਗਾ, ਮੈਂ ਆਪਣੀ ਧੀ ਨੂੰ ਹੁਣ ਉਸ ਨਰਕ ਵਿੱਚ ਨਹੀਂ ਜਾਣ ਦੇਣਾ। ਇੱਕੋ ਹੱਲ ਹੈ, ਸੰਦੀਪ ਹੁਣ ਬਾਲਗ ਹੋ ਗਈ ਹੈ, ਉਹ ਆਪਣੇ ਫੈਸਲੇ ਆਪ ਲੈ ਸਕਦੀ ਹੈ। ਜੇ ਉਹ ਕਹਿ ਦੇਵੇ ਕਿ ਉਹ ਆਪਣੇ ਪਿਤਾ ਨਾਲ ਨਹੀਂ ਜਾਣਾ ਚਾਹੁੰਦੀ ਤਾਂ ਕੁਝ ਹੋ ਸਕਦਾ, ਪਰ ਇਸ ਲਈ ਉਸ ਨੂੰ ਕਾਰਨ ਦੱਸਣਾ ਹੋਵੇਗਾ। ਫੁੱਫੜ ਜੀ ਨੇ ਚਿੰਤਾਦਰ ਹੋ ਕੇ ਕਿਹਾ, ਨਹੀਂ ਇਹ ਨਹੀਂ ਹੋ ਸਕਦਾ। ਘਰ ਦੀ ਗੱਲ ਚੌਂਕ ਚਰਾਹੇ ਵਿੱਚ ਨਹੀਂ ਜਾਣੀ ਚਾਹੀਦੀ। ਲੋਕ ਸੰਦੀਪ ਨੂੰ ਵੀ ਲਿਆ ਕੇ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰ ਦੇਣਗੇ। ਜਿੰਨੇ ਮੂੰਹ ਦੀਆਂ ਗੱਲਾਂ ਹੋਣਗੀਆਂ, ਸਾਰੇ ਖਾਨਦਾਨ ਦੀ ਬਦਨਾਮੀ ਹੋ ਜਾਊਗੀ ਜੀ। ਤਾਂ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਸੰਦੀਪ ਨੂੰ ਫਿਰ ਤੋਂ ਉਸੇ ਦਰਦ ਵਿੱਚੋਂ ਵੀ ਗੁਜ਼ਰਨਾ ਪਵੇ। ਪਹਿਲਾਂ ਹੀ ਉਸ ਬੱਚੀ ਨੇ ਬਹੁਤ ਸਹਿ, ਹੁਣ ਹੋਰ ਨਹੀਂ। ਇਹ ਜੀਤ ਦੀ ਜ਼ਿੰਦਗੀ ਦਾ ਵੀ ਸਵਾਲ ਹੈ। ਆਪਾਂ ਇੱਕ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਦੂਜੇ ਬੱਚੇ ਦਾ ਭਵਿੱਖ ਦਾ ਤੇ ਨਹੀਂ ਲਾ ਸਕਦੇ। ਤੁਹਾਨੂੰ ਇਸ ਦਾ ਕੋਈ ਹੋਰ ਹੀ ਹੱਲ ਲੱਭਣਾ ਪਏਗਾ। ਇਹ ਗੱਲਾਂ ਸੁਣ ਕੇ ਫਿਰ ਮੈਨੂੰ ਆਤਮ ਗਲਾਨੀ ਦਾ ਅਹਿਸਾਸ ਹੋਇਆ ਕਿ ਮੈਂ ਇਹਨਾਂ ਨੂੰ ਵੀ ਕਿੰਨਾ ਪਰੇਸ਼ਾਨ ਕਰ ਦਿੱਤਾ। ਮੈਨੂੰ ਲੱਗਦਾ ਸੀ ਕਿ ਮੈਂ ਸਾਰਿਆਂ ਦੇ ਦੁੱਖਾਂ ਦਾ ਕਾਰਨ ਬਣਦੀ ਜਾ ਰਹੀ ਹਾਂ। ਜੀ ਕਰਦਾ ਆਪਣੇ ਆਪ ਨੂੰ ਖਤਮ ਕਰ ਲਵਾਂ। ਫਿਰ ਸੋਚਦੀ ਕਿ ਹਾਲਾਤਾਂ ਤੋਂ ਭੱਜਣਾ ਤਾਂ ਕਾਇਰਤਾ ਹੁੰਦੀ ਹੈ ਤੇ ਮੈਨੂੰ ਤਾਂ ਭੂਆ ਜੀ ਨੇ ਹਾਲਾਤਾਂ ਨਾਲ ਲੜਨਾ ਸਿਖਾਇਆ ਹੈ। ਮੈਂ ਇਸ ਤਰ੍ਹਾਂ ਨਹੀਂ ਹਾਰ ਸਕਦੀ, ਹਾਲਾਤਾਂ ਅੱਗੇ ਇਸ ਤਰ੍ਹਾਂ ਘੁੱਟਣੇ ਨਹੀਂ ਟੇਕ ਸਕਦੀ। ਮੈਂ ਆਪਣੇ ਆਪ ਨੂੰ ਹੀ ਹੌਸਲਾ ਦੇਣ ਦੀ ਕੋਸ਼ਿਸ਼ ਕਰਦੀ। ਕਾਲਜ ਵੀ ਮੈਂ ਜਿਵੇਂ ਉੱਥੇ ਹੋ ਕੇ ਵੀ ਉੱਥੇ ਨਹੀਂ ਹੁੰਦੀ ਸੀ। ਕਦੇ ਕਦੇ ਲੱਗਦਾ ਜਿਵੇਂ ਮੇਰਾ ਸਾਰਾ ਜਿਸਮ ਮਿੱਟੀ ਬਣ ਖੁਰ ਗਿਆ ਹੋਵੇ ਤੇ ਮੈਂ ਇਸ ਬ੍ਰਹਿਮੰਡ ਵਿੱਚ ਬਲੀਨ ਹੋ ਗਈ ਹੋਵਾਂ। ਕਦੇ ਕਦੇ ਇੰਝ ਲੱਗਦਾ ਜਿਵੇਂ ਮੈਂ ਦੁਨੀਆ ਵਿੱਚ ਹੈ ਹੀ ਨਹੀਂ ਹਾਂ। ਮੈਂ ਸਾਰਿਆਂ ਨੂੰ ਦੇਖ ਸਕਦੀ ਹਾਂ ਪਰ ਮੈਨੂੰ ਕੋਈ ਨਹੀਂ ਦੇਖ ਸਕਦਾ, ਜਿਸ ਤਰ੍ਹਾਂ ਇਸ ਧਰਤੀ ਤੋਂ ਮੇਰੀ ਹੋਂਦ ਹੀ ਖਤਮ ਹੋ ਗਈ ਹੋਵੇ। ਪਰ ਜਦੋਂ ਕੋਈ ਮੈਨੂੰ ਮੇਰੇ ਨਾਂ ਤੋਂ ਬੁਲਾਉਂਦਾ ਤਾਂ ਲੱਗਦਾ ਜਿਵੇਂ ਮੈਂ ਸਮੁੰਦਰ ਦੇ ਡੂੰਘੇ ਪਾਣੀਆਂ 'ਚ ਡੁੱਬ ਗਈ ਸੀ ਤੇ ਕਿਸੇ ਨੇ ਆ ਕੇ ਮੈਨੂੰ ਪਾਣੀ 'ਚੋਂ ਬਾਹਰ ਖਿੱਚ ਲਿਆ ਹੋਵੇ। ਕਦੇ ਕਦੇ ਦਿਲ ਕਰਦਾ ਮੈਂ ਦੂਰ ਕਿਤੇ ਜਿਹੀ ਥਾਂ ਚਲੀ ਜਾਵਾਂ ਜਿੱਥੇ ਕੋਈ ਮੈਨੂੰ ਨਾ ਜਾਣਦਾ ਹੋਵੇ। ਮੈਂ ਕਿ ਜਿਹੇ ਸਫ਼ਰ ਦੀ ਰਾਹੀ ਬਣ ਜਾਵਾਂ ਜਿਸ ਦੀ ਕੋਈ ਮੰਜ਼ਿਲ ਨਾ ਹੋਵੇ। ਮੈਂ ਅੱਗੇ ਹੀ ਅੱਗੇ ਵੱਧਦੀ ਜਾਵਾਂ, ਇਹ ਸਫ਼ਰ ਕਦੇ ਖਤਮ ਨਾ ਹੋਵੇ। ਇੱਕ ਦਿਨ ਜੋਤੀ ਮੈਡਮ ਪਰਸਨਲ ਗਾਈਡੈਂਸ ਤੇ ਕਾਉਂਸਲਿੰਗ ਦੇ ਬਾਰੇ ਪੜ੍ਹਾ ਰਹੇ ਸਨ। ਪੜ੍ਹਾਉਂਦੇ ਉਹਨਾਂ ਨੇ ਦੱਸਿਆ ਕਿ ਕੋਈ ਵੀ ਬੱਚਾ ਆਪਣੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਸਮੱਸਿਆ ਵੀ ਮੇਰੇ ਨਾਲ ਸਾਂਝੀ ਕਰ ਸਕਦਾ ਹੈ। ਕਲਾਸ ਤੋਂ ਬਾਅਦ ਗਾਈਡੈਂਸ ਸੈੱਲ ਦੇ ਵਿੱਚ ਤੁਸੀਂ ਮੈਨੂੰ ਮਿਲ ਸਕਦੇ ਹੋ। ਮੈਂ ਤੁਹਾਡੀ ਸਮੱਸਿਆ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਨੂੰ ਹਨੇਰੇ ਵਿੱਚ ਭਟਕਦੀ ਨੂੰ ਜਿਵੇਂ ਆਕਾਸ਼ ਦੀ ਕਿਰਨ ਨਜ਼ਰ ਆਈ। ਸੋਚਿਆ ਕਿ ਕੀ ਪਤਾ ਮੈਡਮ ਹੀ ਮੇਰੀ ਮੁਸ਼ਕਲ ਆਸਾਨ ਕਰ ਦੇਣ। ਜੇ ਹੋਸਟਲ ਵਿੱਚ ਮੇਰੇ ਰਹਿਣ ਦਾ ਪ੍ਰਬੰਧ ਕਰਵਾ ਦੇਣ ਤਾਂ ਮੈਨੂੰ ਇੱਕ ਛੱਤ ਮਿਲ ਜਾਵੇ। ਪਰ ਕਿਤੇ ਨਾ ਕਿਤੇ ਮਨ ਵਿੱਚ ਇਹ ਡਰ ਵੀ ਸੀ ਕਿ ਕਿਤੇ ਮੈਡਮ ਸਾਰੇ ਸਟਾਫ ਮੈਂਬਰਾਂ ਨਾਲ ਮੇਰੀ ਗੱਲ ਸਾਂਝੀ ਨਾ ਕਰ ਲੈਣ। ਫਿਰ ਸਾਰੇ ਅਧਿਆਪਕ ਮੈਨੂੰ ਪਤਾ ਨਹੀਂ ਕਿਸ ਨਜ਼ਰ ਨਾਲ ਵੇਖਣਗੇ। ਇਸੇ ਕਸ਼ਮਕਸ਼ ਵਿੱਚ ਮੈਂ ਮੈਡਮ ਦੇ ਕਮਰੇ ਵਿੱਚ ਪਹੁੰਚ ਗਈ। ਮੈਡਮ ਨੇ ਮੈਨੂੰ ਬਹੁਤ ਪਿਆਰ ਨਾਲ ਬਿਠਾਇਆ, ਪੁੱਛਿਆ ਕਿ ਕੀ ਗੱਲ ਹੈ। ਮੈਂ ਹਿੰਮਤ ਜਿਹੀ ਜੁਟਾ ਕੇ ਇਹਨਾਂ ਨੂੰ ਦੱਸਿਆ ਕਿ ਮੈਡਮ ਮੈਂ ਆਪਣੀ ਭੂਆ ਜੀ ਕੋਲ ਰਹਿ ਰਹੀ ਹਾਂ, ਪਰ ਹੁਣ ਮੇਰੇ ਪਾਪਾ ਮੈਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹਨ। ਮੈਂ ਉੱਥੇ ਜਾਣਾ ਨਹੀਂ ਚਾਹੁੰਦੀ ਕਿਉਂਕਿ ਮੈਡਮ ਮੈਂ ਸਾਡੇ ਉਸ ਘਰ ਦੀ ਚਾਰ ਦੀਵਾਰੀ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਮੈਡਮ ਨੇ ਮੈਨੂੰ ਪਾਣੀ ਪਿਲਾਇਆ, ਸ਼ਾਂਤ ਕੀਤਾ ਤੇ ਮੈਨੂੰ ਪੂਰੀ ਗੱਲ ਦੱਸਣ ਲਈ ਕਿਹਾ। ਮੈਂ ਬਹੁਤ ਮੁਸ਼ਕਿਲ ਨਾਲ ਉਹਨਾਂ ਅੱਗੇ ਆਪਣੇ ਅਤੀਤ ਦੀਆਂ ਪਰਤਾਂ ਨੂੰ ਖੋਲ੍ਹਿਆ। ਮੈਡਮ ਵੀ ਸਾਰੀ ਗੱਲ ਸੁਣ ਕੇ ਸੁੰਨ ਜਿਹੇ ਹੋ ਗਏ। ਉਹਨਾਂ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਪਾਪਾ ਦੇ ਘਰ ਉਹਨਾਂ ਦੇ ਨਾਲ ਨਹੀਂ ਜਾਣਾ ਚਾਹੁੰਦੀ, ਪਰ ਹੁਣ ਉਹ ਮੈਨੂੰ ਮੇਰੇ ਭੂਆ ਜੀ ਦੇ ਘਰ ਨਹੀਂ ਰਹਿਣ ਦੇਣਗੇ। ਪਲੀਜ਼ ਮੈਡਮ ਮੇਰੀ ਸਹਾਇਤਾ ਕਰੋ।
ਉਹ ਤਾਂ ਠੀਕ ਹੈ ਰਾਜੇ, ਪਰ ਮੈਨੂੰ ਦੱਸੋ ਕਿ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦੀ ਹਾਂ। ਦੱਸੋ ਮੈਂ ਕੀ ਕਰਾਂ ਤੁਹਾਡੇ ਲਈ। ਮੈਡਮ ਨੇ ਚਿੰਤਾਤੁਰ ਹੋ ਕੇ ਕਿਹਾ, ਮੈਨੂੰ ਇੱਕ ਛੱਤ ਚਾਹੀਦੀ ਹੈ, ਪਲੀਜ਼ ਤੁਸੀਂ ਮੈਨੂੰ ਹੋਸਟਲ ਵਿੱਚ ਰੱਖ ਲਓ। ਮੈਂ ਇੱਥੇ ਰਹਾਂਗੀ ਤਾਂ ਪਾਪਾ ਇੱਥੋਂ ਮੈਨੂੰ ਲੈ ਕੇ ਜਾਣ ਦੀ ਹਿੰਮਤ ਨਹੀਂ ਕਰਨਗੇ, ਮੇਰੇ ਭੂਆ ਜੀ ਵੀ ਸੌਖੇ ਹੋ ਜਾਣਗੇ। ਪਰ ਅਸੀਂ ਤੇਰੇ ਪਾਪਾ ਨੂੰ ਨਹੀਂ ਰੋਕ ਸਕਾਂਗੇ। ਜੇ ਉਹ ਇੱਥੇ ਤੈਨੂੰ ਮਿਲਣ, ਤੈਨੂੰ ਲੈਣ ਆ ਗਏ ਤਾਂ ਲੀਗਲੀ ਸਾਨੂੰ ਤੈਨੂੰ ਉਹਨਾਂ ਨਾਲ ਭੇਜਣਾ ਹੀ ਪਵੇਗਾ। ਤੁਸੀਂ ਮੈਨੂੰ ਛੁੱਟੀ ਨਾ ਦਿਓ, ਬਸ ਇੰਨਾ ਹੀ ਕਰ ਦਿਓ ਮੇਰੇ ਲਈ। ਠੀਕ ਹੈ, ਮੈਂ ਪ੍ਰਿੰਸੀਪਲ ਸਰ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗੀ। ਮੈਡਮ ਪਲੀਜ਼ ਤੁਸੀਂ ਇਹ ਗੱਲ ਕਿਸੇ ਹੋਰ ਸਟਾਫ ਮੈਂਬਰ ਨਾਲ ਸਾਂਝੀ ਨਾ ਕਰਿਓ, ਆਪਣੇ ਤੱਕ ਹੀ ਰੱਖਿਓ। ਡੋਂਟ ਵਰੀ ਬੱਚੇ, ਮੈਂ ਸਭ ਜਾਣਦੀ ਹਾਂ, ਤੁਸੀਂ ਬੇਫਿਕਰ ਹੋ ਜਾਓ। ਥੋੜੀ ਦੇਰ ਬਾਅਦ ਉਹਨਾਂ ਨੇ ਪ੍ਰਿੰਸੀਪਲ ਸਰ ਨਾਲ ਗੱਲ ਕਰਕੇ ਮੈਨੂੰ ਹੋਸਟਲ ਰੁਕਣ ਦੀ ਇਜਾਜ਼ਤ ਦੇ ਦਿੱਤੀ। ਮੈਂ ਘਰ ਜਾ ਕੇ ਭੂਆ ਜੀ ਨਾਲ ਗੱਲ ਕੀਤੀ। ਪਹਿਲਾਂ ਤਾਂ ਭੂਆ ਜੀ ਰਾਜੀ ਨਾ ਹੋਏ ਕਿ ਮੇਰੇ ਹੁੰਦੇ ਹੋਏ ਤੂੰ ਹੋਸਟਲ ਕਿਉਂ ਰੁਕੇਂਗੀ। ਫਿਰ ਮੈਂ ਜਦ ਉਹਨਾਂ ਨੂੰ ਸਮਝਾਇਆ ਤਾਂ ਉਹ ਮੰਨ ਗਏ। ਮੈਂ ਹੋਸਟਲ ਵਿੱਚ ਆ ਕੇ ਆਪਣੇ ਆਪ ਨੂੰ ਬਹੁਤ ਮਹਿਸੂਸ ਕਰ ਰਹੀ ਸੀ। ਉਸ ਤੋਂ ਬਾਅਦ ਬੀਐਡ ਕਰਨ ਤੋਂ ਤੁਰੰਤ ਬਾਅਦ ਭੂਆ ਜੀ ਨੇ ਮੇਰਾ ਤੁਹਾਡੇ ਨਾਲ ਰਿਸ਼ਤਾ ਤੈਅ ਕਰ ਦਿੱਤਾ। ਸਭ ਕੁਝ ਇੰਨੀ ਜਲਦੀ ਹੋਇਆ, ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਹੀ ਸੀ। ਮੇਰੇ ਨਾਂ ਦੇ ਸ਼ਬਦਿਕ ਅਰਥ ਖੁਸ਼ਨਸੀਬ ਹਨ, ਪਰ ਮੇਰੀ ਜ਼ਿੰਦਗੀ ਵਿੱਚ ਮੇਰੇ ਨਾਂ ਦੇ ਅਰਥਾਂ ਦੇ ਮਾਇਨੇ ਕਦੇ ਮੈਨੂੰ ਨਜ਼ਰ ਹੀ ਨਹੀਂ ਆਏ। ਅਤੀਤ ਨੇ ਮੇਰੇ ਦਿਲ ਤੇ ਜੋ ਗਹਿਰੇ ਜ਼ਖਮ ਦਿੱਤੇ, ਉਹ ਨਸੂਰ ਬਣ ਕੇ ਅੱਜ ਵੀ ਰਿਸਦੇ ਨੇ। ਅੱਜ ਤੋਂ ਬਾਅਦ ਤੂੰ ਆਪਣੇ ਅਤੀਤ ਨੂੰ ਭੈੜਾ ਖੁਆਬ ਸਮਝ ਕੇ ਭੁੱਲ ਜਾ। ਜੋ ਵੀ ਹੋਇਆ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਸੀ। ਤੂੰ ਆਪਣੇ ਆਪ ਨੂੰ ਇਸ ਅਪਰਾਧ ਬੋਝ ਤੋਂ ਮੁਕਤ ਕਰ ਅਤੇ ਜ਼ਿੰਦਗੀ ਵੱਲ ਅੱਗੇ ਵਧ। ਇੱਕ ਖੂਬਸੂਰਤ ਸਵੇਰ ਤੇਰੀ ਉਡੀਕ ਕਰ ਰਹੀ ਹੈ। ਪੁਰਾਣੀਆਂ ਯਾਦਾਂ ਨੂੰ ਮਿਟਾ ਆਪਾਂ ਨਵੀਆਂ ਖੂਬਸੂਰਤ ਯਾਦਾਂ ਬਣਾਵਾਂਗੇ, ਜਿਸ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਪ੍ਰਤੀਕ ਨੇ ਭਾਵਕ ਹੋ ਕੇ ਕਿਹਾ। ਬਾਹਰ ਪੈ ਰਿਹਾ ਮੀਂਹ ਵੀ ਹੁਣ ਹਟ ਗਿਆ ਸੀ ਤੇ ਅਸਮਾਨ ਸਾਫ਼ ਹੋ ਗਿਆ ਸੀ। ਸੰਦੀਪ ਦੇ ਦਿਲ ਦੇ ਵਿਹੜੇ ਦਾ ਮੌਸਮ ਵੀ ਹੁਣ ਸਾਫ਼ ਹੋ ਗਿਆ ਸੀ। ਉਸ ਦੇ ਨੈਣਾਂ ਦੀ ਝੜੀ ਖੁਸ਼ੀ ਦੇ ਹੰਝੂਆਂ ਵਿੱਚ ਬਦਲ ਚੁੱਕੀ ਸੀ। ਧੰਨਵਾਦ।